हाँ जी, सत श्री अकाल साਰਿਆਂ ਨੂੰ। ਵੈਲਕਮ टू सैंडी टॉक्स कैनेडा। आई होप ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਥਰੂ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਆਪਣੀ ਜਰਨੀ ਫਰਮ ਸਟੂਡੈਂਟ ਟੂ ਅ ਪਰਮਨੈਂਟ ਰੈਜ਼ੀਡੈਂਟ। ਅੱਜ ਆਪਾਂ ਡਿਸਕਸ ਕਰਾਂਗੇ ਮੇਰੀ ਜਰਨੀ, ਮੈਂ ਕਿਹੜੀ ਮਿਸਟੇਕਸ ਜਿਹੜੀਆਂ ਸੀਗੀਆਂ ਅਵੋਇਡ ਕੀਤੀਆਂ ਕਿ ਮੇਰੀ ਪੀਆਰ ਟਾਈਮ ਤੇ ਹੋ ਗਈ। ਟਾਈਮ ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਮੈਂ 2017 ਦੇ ਆਲਮੋਸਟ ਐਂਡ 'ਚ ਆਈ ਸੀਗੀ ਸੈਪਟੈਂਬਰ ਸੈਸ਼ਨ ਦੇ ਵਿੱਚ, ਤੇ ਉਸ ਤੋਂ ਬਾਅਦ ਮੇਰੀ 2021 ਦੇ ਬਿਗਨਿੰਗ ਦੇ ਵਿੱਚ ਹੀ ਪੀਆਰ ਹੋ ਗਈ ਸੀਗੀ। ਤੇ कुछ भी मिस नहीं होगा, मैं ऑलरेडी पूरी स्क्रिप्ट बनाई हुई है, स्टैप बाय स्टैप तुहानूं दसांगे किहड़ी मिसटेक्स तुसीं अवॉइड करनियां ने, अपनी पीआर खुद ला सकदे हो। मैं किहड़ी गलती करदे बची सारा कुछ डिस्कस करांगे। तो जरूर लाइक कर दिओ, कॉमेंट कर दिओ वीडियो ते किद्दां दी लगी, ते सबसक्राइब करियो जे नहीं कीता होया। चलो जी वीडियो स्टार्ट करदे हां। तो शुरू करते हैं। 2017 सैप्टेंबर फॉल सैशन मैं कैनेडा आई एडमिंटन दे विच, अलबर्टा दे विच। एडमिंटन एक सिटी है जो उत्थे दी कैपिटल आ, उत्थे हैगी है यूनिवर्सिटी ऑफ अलबर्टा। उत्थे मैं मास्टर्स की है इन इंटरनेट वर्किंग, कंप्यूटर्स की एक स्पैशलाइज्ड डोमेन आ, उस विच मैं मास्टर्स की। ते मैं अपनी पीआर की तैयारी ਜਦੋਂ ਐਜ਼ ਅ ਸਟੂਡੈਂਟ ਆਈ ਸੀ ਉੱਦਾਂ ਹੀ ਸ਼ੁਰੂ ਕਰ ਲਈ ਸੀ। ਤਾਂ ਮੈਂ ਸਟੂਡੈਂਟਸ ਨੂੰ ਜਾਂ ਕੋਈ ਵੀ ਇੱਥੇ ਆਉਂਦਾ ਕੈਨੇਡਾ ਤੇ ਮੈਂ ਸੁਜੈਸਟ ਕਰਦੀ ਹਾਂ ਕਿ ਦ ਡੇ ਯੂ ਲੈਂਡ ਆਪਣਾ CRS ਸਕੋਰ ਕੈਲਕੂਲੇਟ ਕਰ ਲਓ ਕਿ ਤੁਹਾਡਾ ਇੱਕ ਤੁਸੀਂ ਗੋਲ ਬਣਾ ਲਓ ਕਿ ਮੈਨੂੰ ਕੀ ਕਰਨਾ ਪਊਗਾ ਕਿ ਮੈਂ ਆਪਣੀ ਪੀਆਰ ਟਾਈਮ ਤੇ ਲੈ ਲਵਾਂ। ਤੇ ਮੈਂ ਆਪਣਾ CRS ਸਕੋਰ ਕੈਲਕੂਲੇਟ ਕੀਤਾ ਤੇ ਮੈਨੂੰ ਇਹ ਆਈਡੀਆ ਹੋ ਗਿਆ ਸੀ ਕਿ ਜੇ ਮੈਂ IELTS ਦੇ ਵਿੱਚ 8777 ਲੈ ਲੈਂਦੀ ਹਾਂ ਤਾਂ ਮੇਰਾ ਸਕੋਰ ਇੰਨਾ ਹੋ ਜਾਊਗਾ ਕਿ ਐਟਲੀਸਟ ਮੇਰੀ ਮਾਸਟਰ ਕਰਦੇ ਹੀ ਮੇਰੀ ਪੀਆਰ ਦੇ ਇਨਵਾਈਟ ਦੇ ਚਾਂਸਸ ਵੱਧ ਜਾਣਗੇ, ਕਿਉਂਕਿ ਮੇਰਾ ਸਕੋਰ ਬਣਦਾ ਸੀ 439 ਤੇ ਉਸ ਟਾਈਮ ਡਰਾ ਜਾ ਰਿਹਾ ਸੀ 435 ਅਪਰੋਕਸੀਮੇਟਲੀ। ਤਾਂ ਮੈਨੂੰ ਸੀਗਾ ਜਿੱਦਾਂ ਹੀ ਮੈਂ ਮਾਸਟਰਸ ਕਰੂੰਗੀ ਮੇਰੀ ਪੀਆਰ ਦਾ ਸ਼ਾਇਦ ਇਨਵਾਈਟ ਆ ਜਾਊਗਾ। ਤੇ ਮੈਂ ਪਹਿਲਾ ਸਟੈਪ ਜੋ ਕੀਤਾ, ਮੈਂ ਆਪਣੀ IELTS ਦੀ ਤਿਆਰੀ ਸ਼ੁਰੂ ਕਰਤੀ। ਨਾਲ ਦੀ ਨਾਲ ਜੌਬ ਵੀ ਕਰਦੇ ਹੁੰਦੇ ਸੀ, ਮਾਸਟਰਸ ਵੀ ਕਰਦੇ ਹੁੰਦੇ ਸੀ। ਪਰ ਜਦੋਂ ਵੈਕੇਸ਼ਨਸ ਆਈਆਂ, ਸਮਰ ਵੈਕੇਸ਼ਨਸ ਆਈਆਂ, ਉਦੋਂ ਸਟੱਡੀ ਹੁੰਦੀ ਨਹੀਂ ਸੀ, ਉਦੋਂ ਸਿਰਫ ਜੌਬ ਕਰਦੇ ਹੁੰਦੇ ਸੀ, ਫੁੱਲ ਟਾਈਮ ਜੌਬ ਕਰਦੇ ਹੁੰਦੇ ਸੀ। ਉਦੋਂ ਮੈਂ ਉਸ ਚੀਜ਼ ਦਾ ਪੂਰਾ ਬੈਨੀਫਿਟ ਲਿਆ ਤੇ ਮੈਂ IELTS ਦਿੱਤੀ। ਨਾਟ ਜਸਟ ਇੱਕ ਵਾਰ, ਮੈਂ 2 ਵਾਰ IELTS ਦਿੱਤੀ ਜਦੋਂ ਮੇਰੀ ਸਮਰ ਵੈਕੇਸ਼ਨਸ ਆਈਆਂ। ਜੋ ਵੀ ਸਟੂਡੈਂਟਸ ਨੇ ਵੈਕੇਸ਼ਨਸ ਆਉਂਦੀਆਂ ਨੇ ਉਹਨੂੰ ਯੂਟੀਲਾਈਜ਼ ਕਰੋ, ਜਾਂ ਤਾਂ ਕੋਈ ਸਰਟੀਫਿਕੇਸ਼ਨ ਕਰੋ ਆਪਣੀ ਜੌਬ ਲਈ, ਮੈਂ ਉਹ ਵੀ ਕੀਤੀਆਂ ਸੀਗੀਆਂ ਉਸ ਟਾਈਮ ਤੇ, ਜਾਂ ਫਿਰ ਤੁਸੀਂ ਆਪਣੀ IELTS ਵਗੈਰਾ ਕਰੋ, ਤੁਹਾਡੀ ਪੀਆਰ 'ਚ ਹੈਲਪ ਹੋ ਜੇ। ਸਿਰਫ ਜੌਬ ਨਾ ਕਰਦੇ ਰਹਿ ਜੇ ਉਸ ਟਾਈਮ ਤੇ। ਇਹ ਮੇਰਾ ਪਹਿਲਾ ਐਡਵਾਈਸ ਆ। ਮੈਂ IELTS ਦਿੱਤੀ, ਪਹਿਲੀ ਵਾਰ ਬੈਂਡ 8777 ਨਹੀਂ ਆਏ, ਦੁਬਾਰਾ ਦਿੱਤੀ, ਫਿਰ 8777 ਆ ਗਏ। ਚਲੋ ਜੀ ਹੁਣ ਇੱਕ ਸਟੈਪ ਹੋ ਗਿਆ, ਹੁਣ ਮੈਨੂੰ ਲੱਗ ਗਿਆ ਕਿ ਮੇਰੇ ਵੱਲੋਂ ਡਨ ਆ ਕੰਮ। ਤੇ ਫਿਰ ਮੈਨੂੰ ਨੈਕਸਟ ਸਟੈਪ ਸੀਗਾ ਕਿ ਮੈਂ ਆਪਣੀ ਵੈਸ ਕਰਾ ਲਾਂ। ਵੈਸ ਹੁੰਦੀ ਆ ECA, ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ। ਇਹ ਤੁਹਾਨੂੰ ਕਰਾਉਣੀ ਪੈਂਦੀ ਆ ਅਗਰ ਤੁਸੀਂ ਆਪਣੀ ਐਜੂਕੇਸ਼ਨ ਦੇ ਪੁਆਇੰਟਸ ਲੈਣਾ ਚਾਹੁੰਦੇ ਹੋ। ਵੈਸੇ ਤਾਂ ਮੇਰੀ ਮਾਸਟਰਸ ਇੱਥੋਂ ਹੀ ਸੀਗੀ ਤਾਂ ਮੈਨੂੰ ਵੈਸ ਦੀ ਲੋੜ ਨਹੀਂ ਸੀਗੀ। ਮੈਂ ਆਪਣੀ ਜਿਹੜੀ ਬੈਚਲਰਸ ਇੰਡੀਆ ਤੋਂ ਕੀਤੀ ਸੀ ਉਸ ਲਈ ਮੈਂ ਵੈਸ ਕਰਾ ਲਈ ਸੀਗੀ, ਜਸਟ ਫॉर ਦ ਸੇਫਰ ਸਾਈਡ ਕਿ ਜੇ ਮੈਨੂੰ ਲੋੜ ਪਈ। IELTS ਤੁਹਾਡੀ 2 ਸਾਲ ਲਈ ਵੈਲਿਡ ਹੁੰਦੀ ਹੈ, ਥੋੜ੍ਹਾ ਧਿਆਨ ਰੱਖਿਓ ਕਿ ਤੁਹਾਡਾ ਕਿੱਦਾਂ ਸਕੋਰ ਬਣਦਾ, ਕਿਉਂਕਿ ਮੈਨੂੰ ਪਤਾ ਸੀ 2 ਸਾਲ ਦੇ ਵਿੱਚ ਮੈਂ ਪੀਆਰ ਲੈਣੀ ਹੈ, ਤਾਂ ਕਰਕੇ ਮੈਂ IELTS ਪਹਿਲਾਂ ਦੇ ਲਈ ਸੀ। ਤੇ ਵੈਸ ਮੈਂ ਕਰਾ ਲਈ। ਤੇ ਵੈਸ ਤੋਂ ਬਾਅਦ ਹੁਣ ਬਾਕੀ ਸਭ ਕੁਝ ਡਨ ਸੀਗਾ। ਬਾਕੀ ਹੁਣ ਤੁਹਾਨੂੰ ਵੇਟ ਕਰਨੀ ਹੁੰਦੀ ਹੈ ਕਿ ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਓ। ਤੇ ਮੈਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਤੀ ਸੀਗੀ, ਵੇਟ ਕਰ ਰਹੀ ਸੀਗੀ ਮਾਸਟਰਸ ਕੰਪਲੀਟ ਹੋਊਗੀ ਤੇ ਕੁਝ ਆਊਗਾ, ਫਿਰ ਇਨਵਾਈਟ ਹੋਊਗਾ ਤੇ ਫਿਰ ਲਾਵਾਂਗੇ। ਮੈਂ ਤੁਹਾਨੂੰ ਦੱਸੂਗੀ ਅੱਗੇ ਕੀ ਪ੍ਰੋਬਲਮਸ ਆਈਆਂ। ਜਿਵੇਂ ਕਿ ਸਾਰੇ ਨਰਵਸ ਹੁੰਦੇ ਨੇ, ਮੈਂ ਵੀ ਨਰਵਸ ਸੀ ਕਿ ਪਤਾ ਨਹੀਂ ਪੀਆਰ ਹੈ ਐਡੀ ਵੱਡੀ ਕਿੱਡੀ ਕੁ ਚੀਜ਼ ਆ, ਮੈਨੂੰ ਨਹੀਂ ਪਤਾ ਮੈਂ ਕਿਵੇਂ ਕਰਾਂ। ਪਰ ਇੱਦਾਂ ਦੀ ਕੋਈ ਲੋੜ ਨਹੀਂ ਆ, ਸਾਰਾ ਕੁਝ ਵੈਬਸਾਈਟ ਤੇ ਹੈਗਾ। CIC ਦੀ ਵੈਬਸਾਈਟ ਤੇ ਜਾਓ, ਸਟੈਪ ਬਾਏ ਸਟੈਪ ਸਾਰਾ ਕੁਝ ਹੈਗਾ। ਬਟ ਹਾਂ, ਮੈਂ ਸਮਝਦੀ ਹਾਂ ਕਿ ਪ੍ਰੋਬਲਮ ਹੁੰਦੀ ਆ ਸਟਾਰਟਿੰਗ 'ਚ, ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਆ ਕਿ ਆਪਾਂ ਗਲਤ ਨਾ ਹੋ ਜੇ, ਕੁਛ ਇੱਦਾਂ ਨਾ ਹੋ ਜੇ। ਤਾਂ ਮੈਂ ਵੀ ਇਸ ਡਰ ਦੇ ਚੱਕਰ 'ਚ ਮੈਂ ਵੀ ਕੰਸਲਟੈਂਟਸ ਕੋਲ ਗਈ। ਪਹਿਲੀ ਕੰਸਲਟੈਂਟ ਕੋਲ ਮੈਂ ਗਈ, ਉਹਨਾਂ ਨੇ ਮੇਰੇ ਤੋਂ ਪਹਿਲੀ ਮੀਟਿੰਗ ਦੇ ਵਿੱਚ ਕਿਹਾ ਕਿ ਅਗਰ ਤੁਸੀਂ ਸਾਡੇ ਥਰੂ ਫਾਈਲ ਲਾਉਂਦੇ ਹੋ ਤੁਹਾਨੂੰ ਲੱਗਣਗੇ $2000 ਕੈਨੇਡੀਅਨ ਡਾਲਰਸ, $2000 ਸਿਰਫ ਇਸ ਚੀਜ਼ ਦਾ ਕਿ ਉਹ ਆਪਣੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਦੀ ਲਾ ਦੇਣਗੇ। ਠੀਕ ਹੈ ਜੀ, ਮੈਂ ਵੀ ਸਟੂਡੈਂਟ ਸੀ, ਮੈਨੂੰ ਵੀ ਇੰਨਾ ਕੁਝ ਪਤਾ ਨਹੀਂ ਸੀ। ਮੈਂ ਕਿਹਾ ਠੀਕ ਹੈ ਜੀ, ਤੁਸੀਂ ਸ਼ਾਇਦ ਕੁਝ ਵਧੀਆ ਕਰ ਦਿਓ, ਸ਼ਾਇਦ ਕੋਈ ਇਨਵਾਈਟ ਆ ਜਾਏ, ਜਾਂ ਤੁਹਾਨੂੰ ਜ਼ਿਆਦਾ ਪਤਾ ਕਿਉਂਕਿ ਤੁਸੀਂ ਫਾਈਲਾਂ ਲਾਉਂਦੇ ਹੋ। ਪਰ ਇੱਦਾਂ ਦਾ ਕੁਝ ਨਹੀਂ ਹੁੰਦਾ। ਉਹਨਾਂ ਦੇ ਹੱਥ 'ਚ ਸਿਰਫ ਇੰਨਾ ਕੁ ਹੁੰਦਾ ਕਿ ਫਾਈਲ ਲਾ ਦਿੰਦੇ ਨੇ। ਨਾ ਤਾਂ ਤੁਹਾਡਾ ਉਹ ਪ੍ਰੋਸੈਸ ਤੇਜ਼ ਕਰ ਸਕਦੇ ਨੇ, ਨਾ ਤੁਹਾਡੇ ਇਨਵਾਈਟ ਲਿਆਉਣ 'ਚ ਕੁਝ ਹੈਲਪ ਕਰ ਸਕਦੇ ਨੇ। ਇਨਫੈਕਟ ਮੈਂ ਤੁਹਾਨੂੰ ਦੱਸੂਗੀ ਕਿ ਉਹਨਾਂ ਨੇ ਪ੍ਰੋਬਲਮਸ ਕੀ ਕਰਤੀਆਂ ਮੇਰੇ ਲਈ। ਸਭ ਤੋਂ ਪਹਿਲਾਂ ਆਪਣੀ ਮੀਟਿੰਗ ਹੋਈ ਕੰਸਲਟੈਂਟ ਨਾਲ, ਉਹਨਾਂ ਨੇ ਮੈਨੂੰ ਕਿਹਾ ਠੀਕ ਹੈ, ਇਫ ਯੂ ਆਰ ਪਲਾਨਿੰਗ ਟੂ ਗੋ ਵਿਦ ਅਸ, ਪਹਿਲੀ ਮੀਟਿੰਗ ਦੇ ਵਿੱਚ ਤੁਹਾਨੂੰ $500 ਦੇਣਾ ਪਊਗਾ, $25 ਟੈਕਸ, $525 ਕਿਸ ਚੀਜ਼ ਦੇ। ਮੈਂ ਉਹਨਾਂ ਦੇ ਨਾਲ ਬੈਠ ਗਈ ਤੇ ਉਹਨਾਂ ਨੇ ਮੈਨੂੰ ਸਾਰੀਆਂ ਚੀਜ਼ਾਂ ਪੁੱਛੀਆਂ, ਮੇਰੇ ਤੋਂ ਪੁੱਛਦੇ ਗਏ ਤੇ ਫਿਲ ਕਰਦੇ ਗਏ ਪ੍ਰੋਫਾਈਲ ਦੇ ਵਿੱਚ। ਠੀਕ ਹੈ, ਸਿਰਫ ਇੰਨੀ ਕੁ ਚੀਜ਼ ਦੇ $525। ਮੈਂ ਇਹ ਨਹੀਂ ਕਹਿ ਰਹੀ ਕਿ ਗਲਤ ਆ, ਬਟ ਮੈਨੂੰ ਕਨਫਿਊਜ਼ਨ ਇਸ ਚੀਜ਼ ਦੀ ਹੋ ਰਹੀ ਸੀਗੀ ਕਿ ਮੈਂ ਤਾਂ ਸਾਰੀ ਇਨਪੁਟਸ ਦੇ ਰਹੀ ਹਾਂ, ਤੁਹਾਡਾ ਮਤਲਬ ਇਹਦੇ ਵਿੱਚ ਕੀ ਰੋਲ ਹੈ, ਕਿਉਂਕਿ ਨੌਕ ਕੋਡ ਵੀ ਉਹ ਮੈਨੂੰ ਪੁੱਛ ਰਹੇ ਸੀ ਕਿ ਤੁਹਾਡਾ ਨੌਕ ਕੋਡ ਕੀ ਆ।
ਇਹਦੇ 'ਚ ਉਹਨਾਂ ਦੀ ਮਿਸਟੇਕ ਨਹੀਂ ਹੈ, ਠੀਕ ਹੈ ਉਹ ਪੁੱਛ ਰਹੇ ਨੇ ਕਿਉਂਕਿ ਉਹਨਾਂ ਨੂੰ ਤੁਹਾਡੀ ਪ੍ਰੋਫਾਈਲ ਬਾਰੇ ਨਹੀਂ ਪਤਾ, ਬਟ ਅਕੋਰਡਿੰਗ ਟੂ ਮੀ ਇਟ ਇਜ਼ ਨਾਟ ਵਰਥ ਇਟ। ਅਗਰ ਤੁਹਾਨੂੰ ਸਾਰੀ ਆਪਣੀ ਡਿਟੇਲਸ ਪਤਾ ਔਰ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਤੇ ਉਹ ਭਰ ਰਹੇ ਨੇ, then you can do it by yourself, you can do that। so ਇੱਥੋਂ ਮੈਨੂੰ ਰਿਅਲਾਈਜ਼ ਹੋਇਆ ਕਿ ਮੈਨੂੰ ਰੀਥਿੰਕ ਕਰਨਾ ਚਾਹੀਦਾ ਕਿ ਐਕਚੁਅਲੀ ਬੈਨੀਫੀਸ਼ੀਅਲ ਹੈਗਾ ਕੰਸਲਟੈਂਟਸ ਦੇ ਥਰੂ ਜਾਣਾ। ਮੇਰੇ ਅਕੋਰਡਿੰਗਲੀ ਅਗਰ ਤੁਹਾਡੀ ਪ੍ਰੋਫਾਈਲ ਸਟ੍ਰੇਟ ਫਾਰਵਰਡ ਆ ਤਾਂ ਮਤਲਬ ਮੇਰੇ ਅਕੋਰਡਿੰਗਲੀ ਤੁਹਾਨੂੰ ਆਪ ਲਾ ਲੈਣੀ ਚਾਹੀਦੀ ਹੈ, ਈਜ਼ੀ ਹੁੰਦੀ ਆ। ਆਪਾਂ ਅੱਗੇ ਵੀਡੀਓਜ਼ ਲੈ ਕੇ ਆਵਾਂਗੇ ਸਟੈਪ ਬਾਈ ਸਟੈਪ ਕਿੱਦਾਂ ਕਰਨਾ। ਤੇ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀ। ਫਿਰ ਵੀ ਮੈਂ $525 ਪੇ ਕਰਤੇ ਸੀਗੇ, ਮੈਂ ਉਹਨਾਂ ਨੂੰ ਡਿਟੇਲਸ ਦੱਸ ਕੇ ਆ ਗਈ ਤੇ ਉਹਨਾਂ ਨੇ ਮੇਰੀ ਐਕਸਪ੍ਰੈਸ ਐਂਟਰੀ ਦੇ ਪੂਲ ਦੇ ਵਿੱਚ ਫਾਈਲ ਲਗਾ ਦਿੱਤੀ। ਮੇਰੀ ਮਾਸਟਰਸ ਕੰਪਲੀਟ ਹੋ ਗਈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਮੇਰੇ 439 ਸਕੋਰ ਬਣ ਗਿਆ, ਬਟ ਕੈਨੇਡਾ ਵਾਲੇ ਕਹਿੰਦੇ ਕਿ ਇੱਦਾਂ ਕਿਵੇਂ ਤੈਨੂੰ PR ਦੇ ਦਈਏ, ਇੰਨੀ ਜਲਦੀ ਕਿੱਦਾਂ PR ਹੋ ਜੂਗੀ। ਸਕੋਰ ਸ਼ੂਟ ਅਪ ਕਰ ਗਿਆ, ਸਕੋਰ ਬਹੁਤ ਉੱਪਰ ਜਾਣ ਲੱਗ ਗਿਆ। ਜੇ ਤੁਹਾਨੂੰ ਯਾਦ ਹੋਊਗਾ 2019 ਦੇ ਵਿੱਚ ਸਕੋਰ ਜਾਣ ਲੱਗ ਗਿਆ ਸੀ 470 480, ਮਤਲਬ ਇੰਨਾ ਜ਼ਿਆਦਾ ਜਾਣ ਲੱਗ ਗਿਆ ਸੀ ਤੇ ਮੈਨੂੰ ਲੱਗ ਰਿਹਾ ਸੀ ਕੋਈ ਚਾਂਸ ਨਹੀਂ ਆ। ਹੁਣ ਤਾਂ ਮੈਨੂੰ ਨਾ ਆਇਲਸ 'ਚ ਜਿੰਨੇ ਬੈਂਡ ਲੈਣੇ ਸੀ ਮੈਂ ਲੈ ਲਏ, ਠੀਕ ਹੈ ਜੀ। ਵੈਸ ਆਪਣੀ ਕਰਾਈ ਪਈ ਆ, ਮਾਸਟਰਸ ਆਪਣੀ ਹੋ ਗਈ, ਹੁਣ ਮੈਂ ਕਿੱਥੋਂ ਪੁਆਇੰਟ ਲੈ ਸਕਦੀ ਹਾਂ, ਰਾਈਟ। ਤਾਂ ਹੁਣ ਮੈਨੂੰ ਇਹੀ ਡਰ ਸੀ ਕਿ ਹੁਣ ਮੈਂ ਕਰਾਂ ਕੀ। ਮੈਨੂੰ ਇੱਕ ਦਿਨ ਕਾਲ ਆਉਂਦਾ ਕੰਸਲਟੈਂਟ ਦਾ ਕਿ ਤੁਹਾਡੀ ਨਾ ਸੰਦੀਪ ਅਲਬਰਟਾ ਦੇ ਵਿੱਚ PNP ਦੀ ਇਨਵਾਈਟ ਆ ਗਿਆ। ਮੈਂ ਕਿਹਾ ਠੀਕ ਹੈ ਜੀ, ਬਹੁਤ ਵਧੀਆ ਹੋਇਆ। ਤੇ ਮੈਂ ਉਹਨਾਂ ਕੋਲ ਗਈ ਫਟਾਫਟ ਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਈਮੇਲ ਭੇਜ ਦਿਓ ਵੀ ਕੀ ਡਾਕੂਮੈਂਟਸ ਦੇਣੇ ਨੇ ਕੀ ਨਹੀਂ। ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਸੌਰੀ ਥੋੜ੍ਹੀ ਜਿਹੀ ਮਿਸਕਮਿਊਨੀਕੇਸ਼ਨ ਹੋ ਗਈ ਸੀ, ਉਹ ਤੁਹਾਡਾ ਇਨਵਾਈਟ ਨਹੀਂ ਸੀਗਾ, ਉਹ ਕਿਸੇ ਹੋਰ ਦਾ ਇਨਵਾਈਟ ਸੀਗਾ। ਤੇ ਆਈ ਵਾਜ਼ ਮਤਲਬ ਮੈਨੂੰ ਉਸ ਟਾਈਮ ਇੱਦਾਂ ਲੱਗਿਆ ਕਿ ਦਿਸ ਇਜ਼ ਵਟ ਆਈ ਹੈਵ ਹਾਇਰਡ ਯੂ ਫॉर, ਮੈਂ ਤੁਹਾਨੂੰ ਇਸ ਲਈ ਹਾਇਰ ਕੀਤਾ, ਰਾਈਟ। ਮੈਂ ਤੁਹਾਨੂੰ ਚੀਜ਼ਾਂ ਤਾਂ ਦੱਸ ਰਹੀ ਹਾਂ ਕਿਉਂਕਿ ਦਿਸ ਹੈਪਨਸ, ਇਹ ਹੁੰਦਾ ਆ। ਤੇ ਫਿਰ ਮੈਨੂੰ ਲੱਗਿਆ ਕਿ ਅਗਰ ਤੁਸੀਂ ਇਹੀ ਕੰਮ ਨਹੀਂ ਕਰ ਪਾ ਰਹੇ ਹੈਗੇ, ਸਾਰੀ ਡਿਟੇਲਸ ਮੈਂ ਦੇ ਰਹੀ ਹਾਂ, ਫਿਰ ਦੇਰ ਇਜ਼ ਨੋ ਯੂਜ਼। ਮੈਂ ਉਸੇ ਮੋਮੈਂਟ ਤੇ ਉਹਨਾਂ ਨੂੰ ਕਿਹਾ ਕਿ ਲੀਵ ਇਟ, ਆਈ ਵਿਲ ਡੂ ਇਟ ਬਾਈ ਮਾਈ ਸੈਲਫ। ਮੈਂ ਉਹਨਾਂ ਤੋਂ $525 ਸੀਗੇ ਉਹ ਵੀ ਵਾਪਸ ਨਹੀਂ ਮੰਗੇ ਕਿਉਂਕਿ ਆਪਾਂ ਨੂੰ ਡਰ ਹੁੰਦਾ ਕਿਤੇ ਕੁਝ ਹੋਰ ਨਾ ਕਰ ਦੇਣ ਸਾਡੀ ਫਾਈਲ ਦੇ ਵਿੱਚ। ਉਹਨਾਂ ਨੇ ਮੈਨੂੰ ਪਾਸਵਰਡ ਦਿੱਤਾ ਮੇਰੀ ਜਿਹੜੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦਾ ਸੀਗਾ। ਵੈਸੇ ਪਾਸਵਰਡ ਵੀ ਨਹੀਂ ਸ਼ੇਅਰ ਕਰਦੇ ਹੁੰਦੇ, ਤੁਹਾਨੂੰ ਇਹ ਕੁਝ ਆਪਸ਼ਨ ਕੋਈ ਡਿਟੇਲ ਨਹੀਂ ਦਿੰਦੇ ਕਿ ਤੁਸੀਂ ਇਹ ਚੀਜ਼ਾਂ ਆਪਣੀਆਂ ਚੈੱਕ ਕਰ ਸਕੋ ਫਾਈਲ ਦੇ ਵਿੱਚ ਕੀ ਹੋ ਰਿਹਾ, ਕੀ ਪ੍ਰੋਗਰੈਸ ਹੈ, ਤੁਹਾਨੂੰ ਕੁਝ ਨਹੀਂ ਪਤਾ ਹੁੰਦਾ। ਸਿਰਫ ਤੁਹਾਡਾ ਕੰਸਲਟੈਂਟ ਤੁਹਾਨੂੰ ਦੱਸੂਗਾ। ਅਕੋਰਡਿੰਗ ਟੂ ਮੀ ਤੁਹਾਨੂੰ ਆਪਣੀ ਫਾਈਲ ਦਾ ਐਕਸੈਸ ਹੋਣਾ ਚਾਹੀਦਾ, ਬਟ ਇਟ ਡਿਪੈਂਡਸ, ਚਲੋ ਜੋ ਵੀ ਹੈ, ਇਹ ਮੇਰਾ ਪੁਆਇੰਟ ਆਫ ਵਿਊ ਹੈ। ਤੇ ਫਿਰ ਉਸ ਤੋਂ ਬਾਅਦ ਮੈਂ ਪਾਸਵਰਡ ਲੈ ਲਿਆ, ਮੈਂ ਘਰ ਜਾ ਕੇ ਲੌਗਇਨ ਕੀਤਾ, ਮੇਰੀ ਫਾਈਲ ਹੀ ਨਹੀਂ ਸੀ ਉਹਦੇ ਵਿੱਚ, ਫਾਈਲ ਹੀ ਗਾਇਬ, ਉਹ ਤੋਂ ਫਾਈਲ ਹੀ ਨਹੀਂ ਸੀਗੀ। ਮੈਂ ਕਿਹਾ ਕਿ ਇੱਥੇ ਮੇਰੀ ਫਾਈਲ ਹੀ ਨਹੀਂ ਹੈ ਕਿਉਂਕਿ ਉਹਨਾਂ ਨੇ ਮੈਨੂੰ ਪਾਸਵਰਡ ਦਿੱਤਾ ਸੀਗਾ। ਉਹ ਕਹਿੰਦੇ ਕਿ ਦੇਰ ਇਜ਼ ਸਮ ਟੈਕਨੀਕਲ ਪ੍ਰੋਬਲਮ, ਅਸੀਂ ਇਹਨੂੰ ਟਰਬਲ ਸ਼ੂਟ ਕਰ ਰਹੇ ਹਾਂ। ਤੇ IT ਬੈਕਗਰਾਊਂਡ ਤੋਂ ਮੈਂ ਹੈਗੀ ਹਾਂ, ਮੈਨੂੰ ਪਤਾ ਹੈ ਕਿ ਫਾਈਲ ਇਜ਼ ਲਿੰਕਡ ਸਮਵੇਅਰ ਐਲਸ, ਉਹ ਕਿਤੇ ਹੋਰ ਚੱਲ ਗਈ ਆ। ਦੇਰ ਇਜ਼ ਨੋ ਟੈਕਨੀਕਲ ਪ੍ਰੋਬਲਮ। ਆਈ ਕਾਲ ਦੈਮ ਬੈਕ, ਆਈ ਸੈਡ ਆਈ ਨੋ ਕਿ ਟੈਕਨੀਕਲ ਪ੍ਰੋਬਲਮ ਨਹੀਂ ਹੈ, ਤੁਸੀਂ ਮੇਰੀ ਫਾਈਲ ਗਲਤੀ ਨਾਲ ਕਿਤੇ ਹੋਰ ਲਿੰਕ ਕਰਤੀ ਹੈ। ਉਹ ਤੇ ਉਹਨਾਂ ਨੇ ਕਿਹਾ ਓਕੇ ਅਸੀਂ ਚੈੱਕ ਕਰਦੇ ਹਾਂ। ਤੇ ਥੋੜ੍ਹੇ ਟਾਈਮ ਬਾਅਦ ਮੈਨੂੰ ਆ ਗਿਆ ਮੈਸੇਜ ਕਿ ਹਾਂਜੀ ਸੋਲਵ ਹੋ ਗਿਆ। ਮੈਨੂੰ ਪਤਾ ਸੀ ਇਹੀ ਪ੍ਰੋਬਲਮ ਆ, ਦੈਟਸ ਵਾਈ ਆਈ ਸੈਡ ਨੋ ਟੂ ਕੰਸਲਟੈਂਟਸ। ਫਿਰ ਮੈਂ ਆਪਣਾ ਪ੍ਰੋਸੈਸ ਸਟਾਰਟ ਕੀਤਾ, ਮਾਸਟਰਸ ਮੇਰੀ ਡਨ ਹੋ ਗਈ ਤੇ ਮੇਰੀ ਜੌਬ ਲੱਗ ਗਈ ਸੀਗੀ। ਮੈਂ ਜੌਬ ਤੇ ਫੋਕਸ ਰੱਖਣਾ ਆ, ਜੌਬ ਸਿਰਫ PR ਪਿੱਛੇ ਨਾ ਭੱਜੋ। ਮੈਂ ਕਹੂੰਗੀ PR ਹੋ ਜੂਗੀ ਜੇ ਤੁਸੀਂ ਸਟੈਪ ਬਾਈ ਸਟੈਪ ਸਹੀ ਜਾਂਦੇ ਹੋ। ਸਟੱਡੀ ਤੇ ਇੰਨਾ ਤੁਸੀਂ ਪੈਸਾ ਲਾਉਂਦੇ ਹੋ, ਰਾਈਟ। ਕੋਸ਼ਿਸ਼ ਕਰੋ ਕਿ ਤੁਹਾਡਾ ਫਿਊਚਰ ਉਹ ਸਟੱਡੀ ਤੁਹਾਡੇ ਕੰਮ ਆਵੇ। ਤਾਂ ਮੈਂ IT ਦੇ ਵਿੱਚ ਸੀਗੀ, ਮੈਂ ਐਜ਼ ਅ IT ਪ੍ਰੋਫੈਸਰ ਵੀ ਜੌਬ ਕੀਤੀ, ਫਿਰ ਮੈਂ ਸਾਈਬਰ ਸਿਕਿਉਰਿਟੀ ਸਪੈਸ਼ਲਿਸਟ ਜੌਬ ਕੀਤੀ। ਤੇ ਮੈਨੂੰ 1 ਸਾਲ ਹੋ ਗਿਆ ਸੀ ਜਿੱਦਾਂ ਹੀ ਮਾਸਟਰ ਕੀਤੀ, ਮੇਰੇ ਪੁਆਇੰਟਸ ਬਣ ਗਏ, ਮੈਨੂੰ ਆ ਗਿਆ ਇਨਵਾਈਟ। ਮੇਰਾ ਇਨਵਾਈਟ ਆਇਆ ਸੀ ਨਵੰਬਰ ਦੇ ਵਿੱਚ ਤੇ ਮੇਰੀ ਕੰਪਨੀ ਨੇ ਮੈਨੂੰ ਬਹੁਤ ਹੈਲਪ ਕੀਤੀ ਸੀਗੀ, ਜਿਨ੍ਹਾਂ ਨੇ ਮੈਨੂੰ ਹਾਇਰ ਕੀਤਾ ਸੀਗਾ। ਇਨਵਾਈਟ ਆਇਆ, ਇਨਵਾਈਟ ਤੋਂ ਪਹਿਲਾਂ ਇਨਵਾਈਟ ਦੇ ਵਿੱਚ ਤੁਹਾਨੂੰ ਡਾਕੂਮੈਂਟਸ ਅਪਲੋਡ ਕਰਨੇ ਪੈਂਦੇ ਨੇ। ਹੁਣ ਮੈਂ ਤੁਹਾਨੂੰ ਡਾਕੂਮੈਂਟਸ ਦੱਸ ਦਿੰਦੀ ਹਾਂ। ਆਇਲਸ ਵੈਸਟ ਤਾਂ ਹੋ ਗਈ। ਥਰਡ ਡਾਕੂਮੈਂਟ ਤੁਹਾਨੂੰ ਚਾਹੀਦਾ ਜੇ ਤੁਹਾਨੂੰ ਐਕਸਪੀਰੀਅੰਸ ਆ, ਜੌਬ ਰਿਸਪੌਂਸਿਬਿਲਿਟੀ ਲੈਟਰਸ। ਮੈਂ ਜਦੋਂ ਇੰਡੀਆ ਤੋਂ ਆਈ ਸੀਗੀ ਮੈਨੂੰ ਆਲਰੇਡੀ ਪਤਾ ਸੀਗਾ ਕਿ ਮੈਨੂੰ ਜੌਬ ਰਿਸਪੌਂਸਿਬਿਲਿਟੀ ਲੈਟਰਸ ਚਾਹੀਦੇ ਹੋਣਗੇ ਕਿਉਂਕਿ ਜਿੱਥੇ ਤੁਹਾਡੀ ਜੌਬ ਡਿਊਟੀਜ਼ ਲਿਖੀਆਂ ਹੁੰਦੀਆਂ ਨੇ। ਜਿਹੜੇ ਮੈਂ ਡਾਕੂਮੈਂਟਸ ਦੱਸੇ ਆ, ਇਸ ਤੋਂ ਬਾਅਦ ਤੁਹਾਨੂੰ ਹੋਰ ਡਾਕੂਮੈਂਟਸ ਚਾਹੀਦੇ ਹੁੰਦੇ ਆ ਜਦੋਂ ਤੁਹਾਨੂੰ ITA ਆਉਂਦੀ ਹੈ। ਇਨਵਾਈਟ ਮੈਨੂੰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਮੈਨੂੰ ਨਵੰਬਰ 'ਚ ਆਈ ਇਨਵਾਈਟ, ਜਿੱਦਾਂ ਹੀ ਆਈ ਮੇਰੇ ਸਾਰੇ ਡਾਕੂਮੈਂਟਸ ਰੈਡੀ ਸੀਗੇ। ਤੇ ਨੈਕਸਟ ਤੁਹਾਡੀ ਰਿਕੁਆਇਰਮੈਂਟ ਹੁੰਦੀ ਹੈ PCC ਦੀ। ਤਾਂ ਤੁਸੀਂ PCC ਕਰਾ ਸਕਦੇ ਹੋ ਇੰਡੀਆ ਲਈ ਅਗਰ ਤੁਸੀਂ ਕਰਾਉਣੀ ਆ, ਕੈਨੇਡਾ ਦੇ ਵਿੱਚੋਂ ਜਾਂ ਫਿਰ ਇੰਡੀਆ ਦੇ ਵਿੱਚੋਂ, ਜਿੱਦਾਂ ਵੀ। ਕੈਨੇਡਾ ਦੇ ਵਿੱਚੋਂ ਅਗਰ ਤੁਸੀਂ BLS ਦੇ ਥਰੂ ਕਰਾ ਸਕਦੇ ਹੋ। ਬਹੁਤ ਸਿੰਪਲ ਪ੍ਰੋਸੈਸ ਹੁੰਦਾ ਇਹਦਾ। ਮੈਂ ਤੁਹਾਨੂੰ ਟਿਊਟੋਰੀਅਲ ਦੇ ਦੂੰਗੀ ਨੈਕਸਟ ਵੀਡੀਓਜ਼ ਦੇ ਵਿੱਚ। ਆਪਾਂ ਸਟੈਪ ਬਾਈ ਸਟੈਪ ਪੂਰੇ ਐਪੀਸੋਡਸ ਬਣਾਵਾਂਗੇ PR ਜਰਨੀ ਦੇ, ਕਿੱਦਾਂ ਤੁਸੀਂ ਸਾਰਾ ਕੁਝ ਆਪ ਕਰਨਾ। ਤੇ ਨੈਕਸਟ ਡਾਕੂਮੈਂਟ ਹੁੰਦਾ ਆਪਣਾ RCMP ਦਾ। RCMP ਹੁੰਦੀ ਹੈ ਕੈਨੇਡਾ ਦੀ ਪੁਲਿਸ ਕਲੀਅਰੈਂਸ, ਤੇ ਇਹ ਆਪਸ਼ਨਲ ਹੁੰਦੀ ਆ। ਮੈਨੂੰ ਇਹ ਸੀਗਾ ਕਿ ਚਲੋ ਇਹ ਆਪਸ਼ਨਲ ਆ, ਬਾਅਦ ਦੇ ਵਿੱਚ ਮੈਂ ਕਰਾ ਲੂੰਗੀ RCMP ਜਦੋਂ ਇਹਨਾਂ ਨੇ ਰਿਕੁਐਸਟ ਭੇਜੀ। ਤਾਂ ਇਹਦੇ ਲਈ ਮੈਂ ਸੁਜੈਸਟ ਕਰਦੀ ਹਾਂ ਕਿ ਤੁਸੀਂ ਨਾ ਪਹਿਲਾਂ ਹੀ ਕਰਾ ਲਓ RCMP। ਵਰਸਟ ਕੇਸ ਸਿਨਾਰੀਓ ਇਹ ਹੋਊਗਾ ਕਿ ਅਗਰ ਤੁਸੀਂ ਐਕਸਟਰਾ ਕਰਾ ਲਈ ਤਾਂ ਥੋੜ੍ਹੇ ਜਿਹੇ ਮੈਨੂੰ ਲੱਗਦਾ $50-60 ਲੱਗਦੇ, ਬਟ ਤੁਹਾਡੀ ਪ੍ਰੋਫਾਈਲ ਦਾ ਜਿਹੜਾ ਫਾਈਲ ਦਾ ਪ੍ਰੋਸੈਸ ਆ ਉਹ
ਫਾਸਟ ਹੋ ਜਾਂਦਾ, ਕਿਉਂਕਿ ਮੇਰੇ ਤੋਂ ਇਹ ਗਲਤੀ ਹੋਈ ਆ। ਮੈਂ RCMP ਨਹੀਂ ਕਰਾਈ ਕਿਉਂਕਿ ਆਪਸ਼ਨਲ ਸੀਗੀ। ਫਿਰ ਉਹਨਾਂ ਨੇ ਸਾਰੇ ਡਾਕੂਮੈਂਟਸ ਚੈੱਕ ਕਰੇ, ਫਿਰ ਉਹਨਾਂ ਨੇ ਮੈਨੂੰ ਭੇਜਿਆ ਕਿ RCMP ਤੁਸੀਂ ਕਰਾਓ। ਫਿਰ ਮੈਂ RCMP ਕਰਾਉਣ ਗਈ, RCMP ਨੂੰ 1-2 ਹਫ਼ਤਾ ਲੱਗ ਗਿਆ ਤੇ RCMP ਕਰਾ ਕੇ ਭੇਜੀ ਤੇ ਉਹਨਾਂ ਨੇ ਮੇਰੀ ਫਾਈਲ ਉਹਨਾਂ ਚਿਰ ਨਹੀਂ ਚੱਕੀ ਦੁਬਾਰਾ ਜਿੰਨਾ ਚਿਰ ਉਹਨਾਂ ਨੇ ਮੈਨੂੰ 2 ਮਹੀਨੇ ਦਾ ਟਾਈਮ ਦਿੱਤਾ ਸੀ। 2 ਮਹੀਨੇ ਤੱਕ ਮੇਰੀ ਫਾਈਲ ਤੇ ਕੰਮ ਹੀ ਨਹੀਂ ਹੋਇਆ। ਹਾਲਾਂਕਿ ਮੈਂ RCMP ਪਹਿਲਾਂ ਭੇਜਤੀ ਸੀ, ਪਰ ਉਹਨਾਂ ਨੇ ਲਾਸਟ ਡੇਟ ਤੱਕ ਫਾਈਲ ਨਹੀਂ ਚੱਕੀ। ਤਾਂ ਅਗਰ ਤੁਸੀਂ ਹੋਰ ਵੀ ਫਾਸਟ ਕਰਨਾ ਚਾਹੁੰਦੇ ਹੋ ਤਾਂ $50-60 ਲੱਗਦੇ ਆ। ਅਗਰ ਤੁਸੀਂ ਕੈਨੇਡਾ ਦੇ ਵਿੱਚ ਆਲਰੇਡੀ ਹੋ ਤਾਂ RCMP ਜ਼ਰੂਰ ਕਰਾ ਕੇ ਨਾਲ ਲਗਾ ਕੇ ਭੇਜਿਓ। ਇਹ ਨੈਕਸਟ ਹੋ ਗਿਆ ਤੁਹਾਡਾ ਮੈਡੀਕਲ ਵੀ ਤੁਸੀਂ ਪਹਿਲਾਂ ਵੀ ਕਰਾ ਸਕਦੇ ਹੋ ਤੇ ਤੁਸੀਂ ਜਦੋਂ ਇਨਵਾਈਟ ਆਉਂਦਾ ਉਦੋਂ ਵੀ ਕਰਾ ਸਕਦੇ ਹੋ। ਮੈਡੀਕਲ ਦੇ ਵਿੱਚ ਅਲਬਰਟਾ ਬਹੁਤ ਕਾਸਟਲੀ ਸੀਗਾ। ਅਲਬਰਟਾ ਦੇ ਵਿੱਚ ਮੇਰੇ ਲੱਗੇ ਸੀਗੇ $400+ ਤੇ ਇਸ ਤੋਂ ਬਾਅਦ ਆ ਜਾਂਦਾ ਪ੍ਰੂਫ ਆਫ ਫੰਡਸ। ਅਗਰ ਤੁਸੀਂ ਕੈਨੇਡਾ ਦੇ ਵਿੱਚੋਂ ਆਈ ਗੈਸ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਫੰਡਸ ਦੀ ਲੋੜ ਨਹੀਂ ਹੁੰਦੀ ਆ। ਬੇਸਿਕਲੀ ਤੁਸੀਂ ਜਿੰਨਾ ਕੁ ਤੁਹਾਡਾ ਹੈਗਾ ਤੁਸੀਂ ਸ਼ੋਅ ਕਰ ਸਕਦੇ ਹੋ, ਇੱਦਾਂ ਕੋਈ ਨਹੀਂ ਕਿ ਮਿਨੀਮਮ ਹੋਣਾ ਚਾਹੀਦਾ ਆ। ਬਟ ਅਗਰ ਤੁਸੀਂ ਇੰਡੀਆ ਤੋਂ ਲਗਾਉਂਦੇ ਹੋ ਤਾਂ 13,000 ਫॉर 1 ਪਰਸਨ, ਆਈ ਬਿਲੀਵ, ਆਈ ਐਮ ਨਾਟ ਕੁਆਇਟ ਸ਼ੋਰ ਕਿ ਹੁਣ ਕਿੰਨਾ ਆ, 16,000 ਫॉर 2 ਪੀਪਲ। ਤੋ ਇਹ ਇੰਡੀਆ ਤੋਂ ਤੁਹਾਨੂੰ ਕੈਨੇਡੀਅਨ ਡਾਲਰਸ ਇਹ ਤੁਹਾਨੂੰ ਉੱਥੋਂ ਸ਼ੋਅ ਕਰਨੇ ਪੈਂਦੇ ਆ। ਤੇ ਇਸ ਤੋਂ ਬਾਅਦ ਤੁਸੀਂ ਆਪਣਾ ਕਰਨਾ ਹੁੰਦਾ, ਫੀਸ ਪੇ ਕਰਨੀ ਹੁੰਦੀ ਆ। RPRF ਫੀਸ ਹੁੰਦੀ ਆ PR ਦੀ, ਜੋ ਤੁਸੀਂ ਫਾਈਲ ਲਾਉਂਦੇ ਹੋ ਐਕਸਪ੍ਰੈਸ ਐਂਟਰੀ ਦੇ ਥਰੂ, ਉਹ ਤੁਸੀਂ ਪੇ ਕਰਦੇ ਹੋ। RPRF ਤੁਸੀਂ ਬਾਅਦ 'ਚ ਵੀ ਪੇ ਕਰ ਸਕਦੇ ਹੋ। ਬਹੁਤ ਸਾਰੇ ਲੋਕੀ ਬਾਅਦ 'ਚ ਪੇ ਕਰਦੇ ਆ RPRF, ਬਟ ਮੈਂ ਤੁਹਾਨੂੰ ਸੁਜੈਸਟ ਕਰਦੀ ਹਾਂ ਕਿ ਪਲੀਜ਼ ਡੂ ਇਟ ਇਫ ਯੂ ਕੈਨ, ਪਹਿਲਾਂ ਹੀ ਪੇ ਕਰ ਦਿਓ। ਜੇ ਬਹੁਤ ਟਾਈਮ ਹੋ ਗਿਆ ਤੁਹਾਨੂੰ ਕੋਈ ਪ੍ਰੋਗਰੈਸ ਨਹੀਂ ਦਿਖ ਰਹੀ ਆਪਣੀ ਫਾਈਲ ਦੇ ਵਿੱਚ ਤਾਂ ਤੁਸੀਂ ਰੇਜ਼ ਕਰ ਸਕਦੇ ਹੋ GCMS ਨੋਟਸ। ਇਹ $5 ਲੱਗਦੇ ਆ, ਤੁਸੀਂ ਕੈਨੇਡਾ ਤੋਂ ਰੇਜ਼ ਕਰ ਸਕਦੇ ਹੋ। ਸੋ ਨਾਓ ਲੈਟਸ ਸਮਰਾਈਜ਼ ਮਾਈ ਟਾਈਮਲਾਈਨ। ਨਵੰਬਰ ਦੇ ਵਿੱਚ ਮੇਰੀ ਇਨਵਾਈਟ ਆਇਆ ਸੀਗਾ ਤੇ ਮੈਂ ਸਾਰੇ ਡਾਕੂਮੈਂਟਸ ਵਿਦਿਨ 1 ਵੀਕ ਅਪਲੋਡ ਕਰਤੇ ਸੀਗੇ। ਲਾਈਕ ਆਈ ਸੈਡ ਕਿ ਤੁਸੀਂ ਪਹਿਲਾਂ ਰੈਡੀ ਰਹੋ, ਤੁਹਾਨੂੰ ਕਿਹੜੇ ਡਾਕੂਮੈਂਟਸ ਚਾਹੀਦੇ ਆ ਸਾਰੀ ਮੈਂ ਡਿਸਕ੍ਰਾਈਬ ਕਰਤੀ ਹੈ ਤੁਹਾਨੂੰ ਲਿਸਟ ਕੀ ਚਾਹੀਦਾ। ਜਿੱਦਾਂ ਹੀ ਮੈਂ ਅਪਲੋਡ ਕੀਤੇ ਸੀ 1 ਵੀਕ ਦੇ ਵਿੱਚ। ਦਸੰਬਰ ਦੇ ਵਿੱਚ ਵੈਸੇ ਵੈਕੇਸ਼ਨਸ ਆ ਜਾਂਦੀਆਂ ਨੇ, ਬਟ ਮੇਰਾ ਫੈਬਰਰੀ ਦੇ ਵਿੱਚ ਇੰਟਰਵਿਊ ਇਨਵਾਈਟ ਆ ਗਿਆ ਸੀਗਾ। ਫੈਬਰਰੀ ਦੇ ਵਿੱਚ ਉਹਨਾਂ ਨੇ ਮੈਨੂੰ ਭੇਜਤਾ ਸੀਗਾ ਕਿ ਮਤਲਬ ਫੋਟੋਜ਼ ਵਗੈਰਾ ਅਪਲੋਡ ਕਰਨ ਲਈ, ਤੇ 14 ਮਾਰਚ ਨੂੰ ਮੇਰੀ PR ਹੋ ਗਈ ਸੀ ਡਨ। ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ PR ਅਗਰ ਤੁਸੀਂ ਸਟੈਪ ਬਾਈ ਸਟੈਪ ਸਹੀ ਜਾਂਦੇ ਹੋ ਤਾਂ ਜਲਦੀ ਹੋ ਜਾਂਦੀ ਆ। ਆਪਣੇ ਕੇਸ ਦੇ ਅਕੋਰਡਿੰਗਲੀ ਡਿਫਰੈਂਟ ਹਰ ਬੰਦੇ ਦੀ ਸਿਚੁਏਸ਼ਨ ਹੁੰਦੀ ਆ, ਤਾਂ ਉਸ ਹਿਸਾਬ ਨਾਲ ਥੋੜ੍ਹਾ ਜਿਹਾ ਟਾਈਮ ਵੇਰੀ ਕਰਦਾ, ਰਾਈਟ। PR ਅਲਟੀਮੇਟਲੀ ਹੋ ਜਾਂਦੀ ਆ। ਬਸ ਇਹੀ ਧਿਆਨ 'ਚ ਰੱਖਣਾ ਕਿ ਸਟੈਪ ਬਾਈ ਸਟੈਪ ਆਪਾਂ ਜਾਣਾ ਕਿਵੇਂ ਆ। ਸ਼ੁਰੂ ਤੋਂ ਹੀ ਤਿਆਰੀ ਆਪਣੀ ਪੂਰੀ ਰੱਖੋ ਕਿ ਕਿੱਦਾਂ ਕਰਨਾ ਆ। ਸੋ ਦੈਟਸ ਅਬਾਊਟ ਇਟ। ਜੇ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਪਲੀਜ਼ ਸਬਸਕ੍ਰਾਈਬ ਕਰ ਲਿਓ, ਕਿਉਂਕਿ 70% ਟ੍ਰੈਫਿਕ ਇਸ ਚੈਨਲ ਤੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ। ਲੈਟ ਮੀ ਨੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ, ਜ਼ਰੂਰ ਕਮੈਂਟ ਕਰਕੇ ਦੱਸਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ, ਰੱਬ ਰਾਖਾ।